ਬਿੱਟੂ ਜੀ ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਹੁਣ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ, ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ। ਬਿੱਟੂ ਜੀ ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ, ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਤਾਂ ਥੋੜਾ ਤੇ ਥੋੜਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ, ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ, ਸੁਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ। ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ, ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ UPA ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ, ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ ਠੋਕ ਕਿਉਂ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਹੁਣ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ, ਮੇਰਾ ਕਾਰਨ ਤਾਂ ਇਹ ਆ ਵੀ ਜੇ
ਕੁਛ ਕਰਨਾ ਪੰਜਾਬ ਦਾ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ ਬੀਜੇਪੀ ਵੱਲੋਂ ਹੋਵੇ ਚਾਹੇ ਬੀਜੇਪੀ ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ ਸੀਐਮ ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ। ਉਹ ਜਿਹੜੇ ਧੁੱਪੇ ਬੈਠੇ ਆ, ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। ਐਮਪੀ ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਿੱਛੇ ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ। ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ। ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ, ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ। ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ। ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ, ਉਰੇ ਬੀਜਣ ਲਾਇਆ ਏ, ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ ਬੀਜੇਪੀ ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, ਜੀਪੀ ਗਿਆ, ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਜਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ। 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ। ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ। ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ, ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ, ਉਹਨਾਂ ਦੇ ਦਰਸ਼ਨ ਬਰਾੜ ਜੀ, ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ, ਮੈਨੂੰ ਵੀ, ਮੈਂ ਤਾਂ, ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ। ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂ ਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ, ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ। ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕਿ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ, ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਹੈ,
ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10 20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ। ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ। ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ ਹੈ। ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ। ਹੁਣ ਦੁਬਾਰਾ ਕੀ ਲੋੜ ਪੈਗੀ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਇਹ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ। ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ। ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ, ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ, ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ, ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ। ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ, ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ। ਥੋੜ੍ਹੇ ਚਿਰ ਲਈ, ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ ਹੀ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ। ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮੇਰੇ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75 25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ, ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ। ਬਿੱਟੂ ਜੀ, ਇੱਕ ਸਵਾਲ ਹੋਰ ਹੈ। ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ। ਹੁਣ ਦੁਬਾਰਾ ਕੀ ਲੋੜ ਪੈਗੀ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ। ਤਾਂ ਤੁਹਾਡਾ ਤੇ ਤੁਹਾਡਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ, ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ
ਲਿਆਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੰਗਤੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ। ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ, ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ ਯੂਪੀਏ ਦੇ ਚੇਅਰਪੈਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ, ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਐਂ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ, ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ CM ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ, ਉਹ ਜਿਹੜੇ ਧੁੱਪੇ ਬੈਠੇ ਆ ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ, ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। MP ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ, ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ, ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਛ ਲੈ ਕੇ ਆਵਾਂਗੇ, ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ। ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ, ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ, ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ, ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ, ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ ਉਰੇ ਬੀਜਣ ਲਾਇਆ ਏ ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ BJP ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, GP ਗਿਆ, ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ, 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ, ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ।
ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ, ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਬਰਾੜ ਜੀ ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ, ਮੈਨੂੰ ਵੀ ਮੈਂ ਤਾਂ ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ ਇਹਦੀ ਹਿੰਮਤ ਦੇਖੋ ਕੀ ਆ, ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂ ਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ, ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ। ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ, ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕਿ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ, ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ, ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ। ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ, ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ, ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ, ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ, ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ, ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ, ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ, ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ ਥੋੜ੍ਹੇ ਚਿਰ ਲਈ। ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ ਹੀ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ, ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮੇਰੇ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ ਠੋਕ ਕਿਉਂ ਮਾਰਿਆ,
ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ। ਮੈਂ ਬੈਟਨ ਉਹਨਾਂ ਨੂੰ ਐ ਫੜਾਇਆ ਲੁਧਿਆਣੇ ਤੋਂ ਜਲੰਧਰ। ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਅੱਜ ਇਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ ਬੀਜੇਪੀ ਵੱਲੋਂ ਹੋਵੇ ਚਾਹੇ ਬੀਜੇਪੀ ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉਧਰ ਲੱਗੇ ਹੋਏ ਨੇ। ਬਿੱਟੂ ਜੀ ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਤਾਂ ਤੁਹਾਡਾ ਤੇ ਤੁਹਾਡਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ, ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਹੈ। ਬਿੱਟੂ ਜੀ ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੰਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ। ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ, ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ ਯੂਪੀਏ ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ ਗੱਲ ਕਰ ਲਈਏ, ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ, ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ। ਮੈਂ ਬੈਟਨ ਉਹਨਾਂ ਨੂੰ ਐ ਫੜਾਇਆ ਲੁਧਿਆਣੇ ਤੋਂ ਜਲੰਧਰ। ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ, ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ ਬੀਜੇਪੀ ਵੱਲੋਂ ਹੋਵੇ ਚਾਹੇ ਬੀਜੇਪੀ ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ CM ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ, ਉਹ ਜਿਹੜੇ ਧੁੱਪੇ ਬੈਠੇ ਆ ਤੜਫ ਰਹੇ ਆ ਇਸ ਵੇਲੇ ਰੋਜ਼, ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। MP ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੀ ਮਜ਼ਦੂਰੀ ਫੈਕਟ
ਇੰਡਸਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਝ ਕਰਨਾ ਹੈ ਤਾਂ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ, ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ। ਬੜੇ ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ, ਉਹਨੂੰ ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ। ਇਸ ਵਾਰ ਜਿਹੜੀ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ, ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ। ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ। ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ, ਉਰੇ ਬੀਜਣ ਲਾਇਆ ਏ, ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ ਬੀਜੇਪੀ ਜੁਆਇਨ ਕੀਤੀ। ਜੀ ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, ਜੀਪੀ ਗਿਆ। ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ। 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਰਹਿਣਾ ਸੰਬੰਧ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ, ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ, ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਬਰਾੜ ਜੀ ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ, ਮੈਨੂੰ ਵੀ, ਮੈਂ ਤਾਂ ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ। ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂ ਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ, ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ, ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕੀ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ, ਇਹ 'ਚ ਸ਼ੱਕ ਨਹੀਂ, ਅੱਜ ਇਹ ਗੱਲ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ? ਅੰਦਰ ਲੋਕਾਂ ਨੂੰ, ਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਏ ਆ ਕੇ ਉੱਥੇ 2 4 10 MPS। ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ, ਪਰ ਕੋਈ ਕੁਛ ਨਹੀਂ ਕਰ ਸਕਦੇ ਉੱਥੇ 10-20 MP। ਇਹ ਤਾਂ ਸਰਕਾਰ ਜੀ ਦੀ ਬਣਦੀ ਆ, ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਤਾਂ ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਦੇ ਆਸ਼ੀਰਵਾਦ ਲੈ ਤੇ ਕਿਸਾਨ ਜਕਾਰਿਆਂ ਨੂੰ ਉਹਨਾਂ ਦੀ
ਫਤਿਹ ਹੋਊਗੀ, ਉਹਨਾਂ ਦੀ ਫਤਿਹ ਆ, ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਇਹ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ, ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ, ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ, ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ, ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ, ਥੋੜ੍ਹੇ ਚਿਰ ਲਈ ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ ਹੀ 30 ਰਹਿ ਗਏ, ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ, ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਪੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ, ਕਮਲ ਜੀ ਪੰਥਕ ਜਿਹੜੀ ਸੋਚ ਆ ਉਹ ਉਧਰ ਲੱਗੇ ਹੋਏ ਨੇ। ਬਿੱਟੂ ਜੀ ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਤਾਂ ਤੁਹਾਡਾ ਤੇ ਤੁਹਾਡਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ, ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ, ਸੁਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ। ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ, ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ UPA ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ,
ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਜਦੋਂ ਹੁਣ ਲੋੜ ਸੀ ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਐ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ, ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉਧਰ ਲੱਗੇ ਹੋਏ ਨੇ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ, ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਤਾਂ ਤੁਹਾਡਾ ਇੱਧਰ ਦੋਨੇ ਪਾਸੇ ਹਰਜਿੰਦਰ ਆ ਜੀ, ਦੋਨੋਂ ਪਾਸੇ ਹਰਜਿੰਦਰ, ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ, ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ, ਸੁਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ। ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ, ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ UPA ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ, ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਜਦੋਂ ਹੁਣ ਲੋੜ ਸੀ ਠੋਕ ਕਿਉਂ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਐ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ
ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ। ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ ਬੀਜੇਪੀ ਵੱਲੋਂ ਹੋਵੇ ਚਾਹੇ ਬੀਜੇਪੀ ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ ਸੀਐਮ ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ। ਉਹ ਜਿਹੜੇ ਧੁੱਪੇ ਬੈਠੇ ਆ, ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। ਐਮਪੀ ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ। ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ। ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ, ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ। ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ। ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ, ਉਰੇ ਬੀਜਣ ਲਾਇਆ ਏ, ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ ਬੀਜੇਪੀ ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, ਜੀਪੀ ਗਿਆ। ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਜਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ। 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ। ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ। ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ। ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ, ਉਹਨਾਂ ਦੇ ਦਰਸ਼ਨ ਬਰਾੜ ਜੀ, ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ। ਮੈਨੂੰ ਵੀ ਮੈਂ ਤਾਂ, ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ। ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ, ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ। ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ,
ਤਾਂ ਕਿ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ, ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ? ਦੇਖੋ ਇਹ 'ਚ ਕੋਈ ਸ਼ੱਕ ਨਹੀਂ, ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਆਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ। ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ, ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਇਹ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ, ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ, ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ, ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ, ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ, ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ ਥੋੜ੍ਹੇ ਚਿਰ ਲਈ। ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ ਹੀ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ, ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਵੜਨ ਨਹੀਂ ਦੇਣਾ। ਇੱਦਾਂ ਕਿਉਂ ਹੋ ਰਿਹਾ ਗਾ? ਦੇਖੋ ਉਹਨਾਂ ਦੀ ਸੋਚ ਆ, ਜਿਹੜੇ ਕਿਸਾਨ ਨਹੀਂ ਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ ਉਹਨਾਂ ਦੇ ਬੰਦੇ ਨੇ, ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ। ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮੇਰੇ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਪੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ, ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ
ਤੁਹਾਡਾ ਤੇ ਤੁਹਾਡਾ ਇੱਧਰ ਦੋਨੇ ਪਾਸੇ ਹਰਜਿੰਦਰ ਆ ਜੀ। ਦੋਨੋਂ ਪਾਸੇ ਹਰਜਿੰਦਰ ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੰਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ। ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ UPA ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ, ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ 'ਚ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ, ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਐਂ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ, ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ CM ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ, ਉਹ ਜਿਹੜੇ ਧੁੱਪੇ ਬੈਠੇ ਆ ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। MP ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ, ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਵੱਡੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ, ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ, ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ, ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ, ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ, ਉਰੇ ਬੀਜਣ ਲਾਇਆ ਏ, ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ BJP ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, GP ਗਿਆ, ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ
ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ। 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ। ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ। ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਬਰਾੜ ਜੀ ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ। ਮੈਨੂੰ ਵੀ ਮੈਂ ਤਾਂ ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ। ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ, ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ। ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕਿ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ। ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਆਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ। ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ। ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਇਹ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ। ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ। ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ, ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ, ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਥੋੜ੍ਹੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ, ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਹੁਣ। ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ, ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ ਥੋੜ੍ਹੇ ਚਿਰ ਲਈ। ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ,
ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ, ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਅਸੀਂ ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਆਪ ਵੜਨ ਨਹੀਂ ਦੇਣਾ। ਇਦਾਂ ਕਿਉਂ ਹੋ ਰਿਹਾ ਗਾ? ਦੇਖੋ ਉਹਨਾਂ ਦੀ ਸੋਚ ਆ। ਜਿਹੜੇ ਕਿਸਾਨ ਨਹੀਂ ਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ, ਉਹਨਾਂ ਦੇ ਬੰਦੇ ਨੇ। ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ। ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ। ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਹੁਣ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਪੜਾਇਆ ਲੁਧਿਆਣੇ ਤੋਂ ਜਲੰਧਰ। ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ, ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹਨਾਂ ਦੀ ਜਿਹੜੀ ਗੱਲ ਆ, ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ, ਉਹ ਉੱਧਰ ਲੱਗੇ ਹੋਏ ਨੇ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ, ਉਹ ਹੱਲ ਆ ਜਿਹੜੇ ਤਾਂ ਥੋੜਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ। ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ, ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ, ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ, ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ, ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੁਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ। ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਤੇ ਪਰ ਕਾਂਗਰਸ ਪਾਰਟੀ ਆ ਜਿਹੜੀ, ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ UPA ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਤੇ ਜਿੱਥੇ ਲੜ ਰਹੇ ਆ, ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ, ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ, ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ। ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ, ਜਿਹੜਾ ਕਿ ਮਜ਼ਾਕ ਉਡਦਾ ਸੀ। ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ, ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ,
ਗੋਲਡੀ ਪਹਿਲਾਂ ਇਲੈਕਸ਼ਨ ਲੜੇ, ਐਮਐਲਏ ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ। ਮੈਂ ਬੈਟਨ ਉਹਨਾਂ ਨੂੰ ਐ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ। ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ ਬੀਜੇਪੀ ਵੱਲੋਂ ਹੋਵੇ ਚਾਹੇ ਬੀਜੇਪੀ ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ ਸੀਐਮ ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ। ਉਹ ਜਿਹੜੇ ਧੁੱਪੇ ਬੈਠੇ ਆ, ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ, ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। ਐਮਪੀ ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ, ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ। ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ। ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ, ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ। ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ। ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ, ਉਰੇ ਬੀਜਣ ਲਾਇਆ ਏ, ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ ਬੀਜੇਪੀ ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, ਜੀਪੀ ਗਿਆ। ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ। 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ। ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ। ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ। ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ, ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ, ਉਹਨਾਂ ਦੇ ਦਰਸ਼ਨ ਬਰਾੜ ਜੀ, ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ। ਮੈਨੂੰ ਵੀ ਮੈਂ ਤਾਂ, ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ। ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ ਐਮਐਲਏ 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ, ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ। ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ।
ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕਿ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ ਇਹ 'ਚ ਕੋਈ ਸ਼ੱਕ ਨਹੀਂ, ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜੀ ਦੀ ਬਣਦੀ ਆ, ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਆਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ। ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ, ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਇਹ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ, ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ, ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ, ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਥੋੜੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ, ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ, ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ ਥੋੜ੍ਹੇ ਚਿਰ ਲਈ। ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ। ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਆਪ ਵੜਨ ਨਹੀਂ ਦੇਣਾ। ਇੱਦਾਂ ਕਿਉਂ ਹੋ ਰਿਹਾ ਗਾ? ਦੇਖੋ ਉਹਨਾਂ ਦੀ ਸੋਚ ਆ, ਜਿਹੜੇ ਕਿਸਾਨ ਨਹੀਂ ਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ, ਉਹਨਾਂ ਦੇ ਬੰਦੇ ਨੇ। ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ। ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮੇਰੇ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਪੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲੜਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ
ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈਗੀ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਤਾਂ ਤੁਹਾਡਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ ਦੋਨੋਂ ਪਾਸੇ ਹਰਜਿੰਦਰ ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੰਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ। ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ UPA ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ 'ਚ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ ਕੋਈ ਚੰਗਾ ਲੀਡਰ ਨਹੀਂ, ਉੱਥੇ ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ, ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਐਂ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ, ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ CM ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ, ਉਹ ਜਿਹੜੇ ਧੁੱਪੇ ਬੈਠੇ ਆ ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। MP ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ, ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ, ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ, ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ, ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ ਉਰੇ ਬੀਜਣ ਲਾਇਆ ਏ ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ BJP ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ
ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, ਜੀਪੀ ਗਿਆ। ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ। 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ, ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ, ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਬਰਾੜ ਜੀ ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ, ਮੈਨੂੰ ਵੀ, ਮੈਂ ਤਾਂ ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ। ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ, ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ। ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ, ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕੀ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ, ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਆਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ। ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ, ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ, ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਇਹ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ, ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ, ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ, ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ, ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ, ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ
ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ, ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ ਥੋੜ੍ਹੇ ਚਿਰ ਲਈ। ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ, ਪਰ ਉਹ ਇਹ ਤਾਂ ਉਹਨਾਂ ਦੀ ਮਰਜ਼ੀ ਆ। ਅਸੀਂ ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਆ ਵੜਨ ਨਹੀਂ ਦੇਣਾ। ਇੱਦਾਂ ਕਿਉਂ ਹੋ ਰਿਹਾ ਗਾ? ਦੇਖੋ ਉਹਨਾਂ ਦੀ ਸੋਚ ਆ। ਜਿਹੜੇ ਕਿਸਾਨ ਨਹੀਂ ਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ, ਉਹਨਾਂ ਦੇ ਬੰਦੇ ਨੇ। ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ। ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮੇਰੇ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ, ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉਧਰ ਲੱਗੇ ਹੋਏ ਨੇ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਥੋੜਾ ਤੇ ਥੋੜਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ। ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ, ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ, ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੁਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ। ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮੇਰੇ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਤੇ ਪਰ ਕਾਂਗਰਸ ਪਾਰਟੀ ਆ ਜਿਹੜੀ, ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ UPA ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਤੇ ਜਿੱਥੇ ਲੜ ਰਹੇ ਆ, ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ, ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ, ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ,
ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ 'ਚ। ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ। ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ। ਮੈਂ ਬੈਟਨ ਉਹਨਾਂ ਨੂੰ ਐ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ। ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ CM ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ। ਉਹ ਜਿਹੜੇ ਧੁੱਪੇ ਬੈਠੇ ਆ, ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ, ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। MP ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ? ਜੇ ਸਰਕਾਰ ਨਹੀਂ ਬਣਦੀ ਉੱਥੇ, ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ, ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ। ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ। ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ, ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ। ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ। ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ, ਉਰੇ ਬੀਜਣ ਲਾਇਆ ਏ, ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ BJP ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, GP ਗਿਆ। ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ। 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ। ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ। ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ। ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ, ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ, ਉਹਨਾਂ ਦੇ ਦਰਸ਼ਨ ਬਰਾੜ ਜੀ, ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ। ਮੈਨੂੰ ਵੀ ਮੈਂ ਤਾਂ, ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ। ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ, ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ,
ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ, ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ। ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ। ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕਿ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ ਇਹ 'ਚ ਕੋਈ ਸ਼ੱਕ ਨਹੀਂ, ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜੀ ਦੀ ਬਣਦੀ ਆ, ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਆਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ। ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ, ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਇਹ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ, ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ। ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ, ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ, ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ, ਉਹਨਾਂ ਨੇ ਇਹ ਫੈਸਲਾ ਕੀਤਾ, ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ। ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ, ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ ਥੋੜ੍ਹੇ ਚਿਰ ਲਈ। ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ। ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਵੜਨ ਨਹੀਂ ਦੇਣਾ। ਇੱਦਾਂ ਕਿਉਂ ਹੋ ਰਿਹਾ ਗਾ? ਦੇਖੋ ਉਹਨਾਂ ਦੀ ਸੋਚ ਆ। ਜਿਹੜੇ ਕਿਸਾਨ ਨਹੀਂ ਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ, ਉਹਨਾਂ ਦੇ ਬੰਦੇ ਨੇ। ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ। ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮੇਰੇ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ। ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ?
ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉਧਰ ਲੱਗੇ ਹੋਏ ਨੇ। ਬਿੱਟੂ ਜੀ ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈਗੀ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਥੋੜਾ ਤੇ ਥੋੜਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ, ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਹੈ। ਬਿੱਟੂ ਜੀ ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੁਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ। ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ, ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ UPA ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ 'ਚ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ, ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਐ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ, ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ CM ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ, ਉਹ ਜਿਹੜੇ ਧੁੱਪੇ ਬੈਠੇ ਆ ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ, ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। MP ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ, ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ,
ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ। ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ, ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ। ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ, ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ ਉਰੇ ਬੀਜਣ ਲਾਇਆ ਏ ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ ਬੀਜੇਪੀ ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, ਜੀਪੀ ਗਿਆ। ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ। 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ। ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ। ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਬਰਾੜ ਜੀ ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ। ਮੈਨੂੰ ਵੀ ਮੈਂ ਤਾਂ ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ। ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂ ਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ, ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ। ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕੀ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ। ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਛ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਆਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ। ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ। ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ। ਸਰਕਾਰਾਂ ਦੇ ਇਸ ਵੇਲੇ
ਕੁਝ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ। ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਝ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ ਥੋੜ੍ਹੇ ਚਿਰ ਲਈ। ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ ਹੀ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ। ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਅਸੀਂ ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਵੜਨ ਨਹੀਂ ਦੇਣਾ। ਇੱਦਾਂ ਕਿਉਂ ਹੋ ਰਿਹਾ ਗਾ? ਦੇਖੋ ਉਹਨਾਂ ਦੀ ਸੋਚ ਆ। ਜਿਹੜੇ ਕਿਸਾਨ ਨਹੀਂ ਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ ਉਹਨਾਂ ਦੇ ਬੰਦੇ ਨੇ। ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ। ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ ਚਾਹੇ BJP ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉਧਰ ਲੱਗੇ ਹੋਏ ਨੇ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਥੋੜਾ ਤੇ ਥੋੜਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ। ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ, ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੁਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ। ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ
ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ ਯੂਪੀਏ ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ 'ਚ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ ਕੋਈ ਚੰਗਾ ਲੀਡਰ ਨਹੀਂ, ਉੱਥੇ ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ, ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਐ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ, ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ CM ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ, ਉਹ ਜਿਹੜੇ ਧੁੱਪੇ ਬੈਠੇ ਆ ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। MP ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ, ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਵੱਡੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ, ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ, ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ, ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ ਉਰੇ ਬੀਜਣ ਲਾਇਆ ਏ ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ BJP ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, GP ਗਿਆ, ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ, 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ, ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ, ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ, ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ, ਨਹੀਂ ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ। ਬਿਲਕੁਲ ਖੋਖਲਾ ਹੋ ਚੁੱਕਿਆ, ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਬਰਾੜ ਜੀ ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ
ਉਹ ਰਹਿੰਦੇ ਨੇ, ਮੈਨੂੰ ਵੀ ਮੈਂ ਤਾਂ ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ ਇਹਦੀ ਹਿੰਮਤ ਦੇਖੋ ਕੀ ਆ। ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਦੇ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂ ਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ, ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ। ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕਿ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ ਇਹ 'ਚ ਕੋਈ ਸ਼ੱਕ ਨਹੀਂ, ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ, ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ। ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ, ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਹੋਇਆ, ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ, ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ। ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ, ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ, ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ, ਉਹਨਾਂ ਨੇ ਇਹ ਫੈਸਲਾ ਕੀਤਾ, ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ। ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ, ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ ਥੋੜ੍ਹੇ ਚਿਰ ਲਈ। ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ, ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਅਸੀਂ ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਵੜਨ ਨਹੀਂ ਦੇਣਾ। ਇੱਦਾਂ ਕਿਉਂ ਹੋ ਰਿਹਾ ਗਾ? ਦੇਖੋ ਉਹਨਾਂ ਦੀ ਸੋਚ ਆ। ਜਿਹੜੇ ਕਿਸਾਨ ਨਹੀਂ ਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ, ਉਹਨਾਂ ਦੇ ਬੰਦੇ ਨੇ। ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ। ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮੇਰੇ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ
ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ। ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ। ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ ਬੀਜੇਪੀ ਵੱਲੋਂ ਹੋਵੇ ਚਾਹੇ ਬੀਜੇਪੀ ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉਧਰ ਲੱਗੇ ਹੋਏ ਨੇ। ਬਿੱਟੂ ਜੀ ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ। ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਥੋੜਾ ਤੇ ਥੋੜਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ। ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੁਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ। ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ, ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ ਯੂਪੀਏ ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ 'ਚ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ, ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ। ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ। ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ, ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ ਬੀਜੇਪੀ ਵੱਲੋਂ ਹੋਵੇ ਚਾਹੇ ਬੀਜੇਪੀ ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ CM ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ। ਉਹ ਜਿਹੜੇ ਧੁੱਪੇ ਬੈਠੇ ਆ, ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ, ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। MP ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ?
ਜੇ ਸਰਕਾਰ ਨਹੀਂ ਬਣਦੀ ਉੱਥੇ, ਇਸ ਵਾਰ ਵੀ ਕੰਧ ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਿੱਛੇ ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਝ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਝ ਕਰਨਾ ਹੈ ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ, ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ। ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ, ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ, ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ, ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ, ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ, ਉਰੇ ਬੀਜਣ ਲਾਇਆ ਏ, ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ ਬੀਜੇਪੀ ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, ਜੀਪੀ ਗਿਆ, ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਜਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ, 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ, ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ, ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ, ਨਹੀਂ ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ। ਬਿਲਕੁਲ ਖੋਖਲਾ ਹੋ ਚੁੱਕਿਆ, ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਬਰਾੜ ਜੀ ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ, ਮੈਨੂੰ ਵੀ ਮੈਂ ਤਾਂ ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ, ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂ ਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ, ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ। ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ, ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕੀ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ, ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਹੈ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਹੈ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਹੈ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ
ਉਹਨਾਂ ਦੀ ਫਤਿਹ ਹੋਊਗੀ, ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ। ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ ਇੱਕ ਸਵਾਲ ਹੋਰ ਹੈ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਇਹ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ, ਸਰਕਾਰਾਂ ਦੇ ਇਸ ਵੇਲੇ ਕੁਝ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ। ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਝ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ। ਥੋੜ੍ਹੇ ਚਿਰ ਲਈ ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ ਹੀ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ। ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਅਸੀਂ ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਵੜਨ ਨਹੀਂ ਦੇਣਾ। ਇੱਦਾਂ ਕਿਉਂ ਹੋ ਰਿਹਾ ਗਾ? ਦੇਖੋ ਉਹਨਾਂ ਦੀ ਸੋਚ ਆ। ਜਿਹੜੇ ਕਿਸਾਨ ਨਹੀਂ ਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ ਉਹਨਾਂ ਦੇ ਬੰਦੇ ਨੇ। ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ। ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮੇਰੇ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ। ਬਿੱਟੂ ਜੀ ਇੱਕ ਸਵਾਲ ਹੋਰ ਹੈ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਤੁਹਾਡਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ, ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ,
ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੰਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ। ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ, ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਚੱਲਦੇ UPA ਦੇ ਚੇਅਰਪੈਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ, ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ, ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਐਂ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ, ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ CM ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ, ਉਹ ਜਿਹੜੇ ਧੁੱਪੇ ਬੈਠੇ ਆ, ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ, ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। MP ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ, ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ, ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ, ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ, ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ, ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ, ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ, ਉਰੇ ਬੀਜਣ ਲਾਇਆ ਏ, ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ BJP ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, GP ਗਿਆ, ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ, 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ, ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ, ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ, ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ।
ਜਿਹੜਾ ਉਹ ਚੋਂ ਛਾਲ ਮਾਰ ਜਾਊਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਾਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ, ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਬਰਾੜ ਜੀ ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ, ਮੈਨੂੰ ਵੀ ਮੈਂ ਤਾਂ ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ ਇਹਦੀ ਹਿੰਮਤ ਦੇਖੋ ਕੀ ਆ, ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ, ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ, ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕਿ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ, ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ, ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ, ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ। ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ, ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈਗੀ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਹੋਇਆ, ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ, ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ, ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ, ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ, ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ, ਉਹਨਾਂ ਨੇ ਇਹ ਫੈਸਲਾ ਕੀਤਾ, ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ। ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ, ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ, ਥੋੜ੍ਹੇ ਚਿਰ ਲਈ। ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ ਹੀ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ, ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਅਸੀਂ ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਵੜਨ ਨਹੀਂ ਦੇਣਾ। ਇੱਦਾਂ ਕਿਉਂ ਹੋ ਰਿਹਾ ਗਾ? ਦੇਖੋ, ਉਹਨਾਂ ਦੀ ਸੋਚ ਆ। ਜਿਹੜੇ ਕਿਸਾਨ ਨਹੀਂ ਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ, ਉਹਨਾਂ ਦੇ ਬੰਦੇ ਨੇ। ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ। ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ
ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ। ਅਸੀਂ ਇੱਕ ਦੂਜੇ ਦੀ 75 25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ। ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ, ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉਧਰ ਲੱਗੇ ਹੋਏ ਨੇ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ। ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਤਾਂ ਥੋੜਾ ਤੇ ਥੋੜਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ। ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ, ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੁਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ। ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ, ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ UPA ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ, ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ। ਅਸੀਂ ਇੱਕ ਦੂਜੇ ਦੀ 75 25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ, ਜਿਹੜਾ ਕਿ ਮਜ਼ਾਕ ਉਡਦਾ ਸੀ। ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ, ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ। ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ। ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ?
ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ। ਇਹ ਤਾਂ ਸੀਐਮ ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ। ਉਹ ਜਿਹੜੇ ਧੁੱਪੇ ਬੈਠੇ ਆ, ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ। ਇਸ ਕਰਕੇ ਜ਼ਰੂਰੀ ਉਹ ਸੀ। ਐਮਪੀ ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ। ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਿੱਛੇ ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ। ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ। ਆਪਣਾ ਲੋਨ ਕਰਜ਼ਾ ਪੰਜਾਬ ਦਾ ਢਾਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ। ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ। ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ, ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ। ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ। ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ, ਉਰੇ ਬੀਜਣ ਲਾਇਆ ਏ, ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ। ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ ਬੀਜੇਪੀ ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, ਜੀਪੀ ਗਿਆ। ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਜਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ। 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ। ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ। ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ। ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ ਹੁਣ, ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ, ਉਹਨਾਂ ਦੇ ਦਰਸ਼ਨ ਬਰਾੜ ਜੀ, ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ। ਮੈਨੂੰ ਵੀ ਮੈਂ ਤਾਂ, ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ। ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ। ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂ ਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ। ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ। ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕਿ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ। ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ, 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2, 4, 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ
ਆ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ। ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ। ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਇਹ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ, ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ। ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ। ਥੋੜ੍ਹੇ ਚਿਰ ਲਈ ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ ਹੀ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ। ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਅਸੀਂ ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਵੜਨ ਨਹੀਂ ਦੇਣਾ। ਇੱਦਾਂ ਕਿਉਂ ਹੋ ਰਿਹਾ ਗਾ? ਦੇਖੋ ਉਹਨਾਂ ਦੀ ਸੋਚ ਆ। ਜਿਹੜੇ ਕਿਸਾਨ ਨਹੀਂ ਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ ਉਹਨਾਂ ਦੇ ਬੰਦੇ ਨੇ। ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ। ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮੇਰੇ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਪੜਾਇਆ ਲੁਧਿਆਣੇ ਤੋਂ ਜਲੰਧਰ। ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ ਚਾਹੇ BJP ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਤਾਂ ਤੁਹਾਡਾ ਤੇ ਤੁਹਾਡਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ, ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸੰਤ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ
ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੰਗਤੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ। ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ, ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ ਯੂਪੀਏ ਦੇ ਚੇਅਰਪੈਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ, ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਐਂ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ, ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ CM ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ, ਉਹ ਜਿਹੜੇ ਧੁੱਪੇ ਬੈਠੇ ਆ ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। MP ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ, ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਢਾਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ, ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ, ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ, ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ, ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ ਉਰੇ ਬੀਜਣ ਲਾਇਆ ਏ ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ BJP ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, GP ਗਿਆ, ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ, 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ, ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ,
ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ, ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ, ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਬਰਾੜ ਜੀ ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ, ਮੈਨੂੰ ਵੀ ਮੈਂ ਤਾਂ ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ, ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂ ਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ, ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ, ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕਿ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ, ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ, ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ, ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ। ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ, ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਇਹ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ, ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ, ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ, ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ, ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ, ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ, ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ, ਥੋੜ੍ਹੇ ਚਿਰ ਲਈ, ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ ਹੀ 30 ਰਹਿ ਗਏ, ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ, ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਅਸੀਂ ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਵੜਨ ਨਹੀਂ ਦੇਣਾ, ਇੱਦਾਂ ਕਿਉਂ ਹੋ ਰਿਹਾ ਗਾ? ਦੇਖੋ, ਉਹਨਾਂ ਦੀ ਸੋਚ ਆ, ਜਿਹੜੇ ਕਿਸਾਨ ਨਹੀਂ ਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ, ਉਹਨਾਂ ਦੇ ਬੰਦੇ ਨੇ, ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ।
ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ, ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹ ਉਹਨਾਂ ਦੀ ਜਿਹੜੀ ਗੱਲ ਆ, ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ, ਉਹ ਉਧਰ ਲੱਗੇ ਹੋਏ ਨੇ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ, ਉਹ ਹੱਲ ਆ ਜਿਹੜੇ ਤਾਂ ਥੋੜਾ ਤੇ ਥੋੜਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ। ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ, ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ, ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ, ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ, ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੁਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ। ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਤੇ ਪਰ ਕਾਂਗਰਸ ਪਾਰਟੀ ਆ ਜਿਹੜੀ, ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ UPA ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਤੇ ਜਿੱਥੇ ਲੜ ਰਹੇ ਆ, ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ, ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ, ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ, ਜਿਹੜਾ ਕਿ ਮਜ਼ਾਕ ਉਡਦਾ ਸੀ। ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ, ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ
ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ। ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ ਬੀਜੇਪੀ ਵੱਲੋਂ ਹੋਵੇ ਚਾਹੇ ਬੀਜੇਪੀ ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ ਸੀਐਮ ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ। ਉਹ ਜਿਹੜੇ ਧੁੱਪੇ ਬੈਠੇ ਆ, ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। ਐਮਪੀ ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ। ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਢਾਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ। ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ, ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ। ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ। ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ, ਉਰੇ ਬੀਜਣ ਲਾਇਆ ਏ, ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ ਬੀਜੇਪੀ ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, ਜੀਪੀ ਗਿਆ, ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ। 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ। ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ। ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ, ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ, ਉਹਨਾਂ ਦੇ ਦਰਸ਼ਨ ਬਰਾੜ ਜੀ, ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ। ਮੈਨੂੰ ਵੀ ਮੈਂ ਤਾਂ, ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ। ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂ ਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ, ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ। ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ,
ਤਾਂ ਕਿ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ, ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ? ਦੇਖੋ ਇਹ 'ਚ ਕੋਈ ਸ਼ੱਕ ਨਹੀਂ, ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ, ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ, ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ। ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ, ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਇਹ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ, ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ, ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ, ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ, ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ, ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ। ਥੋੜ੍ਹੇ ਚਿਰ ਲਈ, ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ ਹੀ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ, ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ, ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਅਸੀਂ ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਵੜਨ ਨਹੀਂ ਦੇਣਾ। ਇੱਦਾਂ ਕਿਉਂ ਹੋ ਰਿਹਾ ਗਾ? ਦੇਖੋ ਉਹਨਾਂ ਦੀ ਸੋਚ ਆ, ਜਿਹੜੇ ਕਿਸਾਨ ਨਹੀਂ ਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ ਉਹਨਾਂ ਦੇ ਬੰਦੇ ਨੇ, ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ। ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮੇਰੇ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਪੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ, ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ
ਤੁਹਾਡਾ ਤੇ ਤੁਹਾਡਾ ਇੱਧਰ ਦੋਨੇ ਪਾਸੇ ਹਰਜਿੰਦਰ ਆ ਜੀ। ਦੋਨੋਂ ਪਾਸੇ ਹਰਜਿੰਦਰ ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ ਤੇ ਮੈਂ ਹੁਣ ਅਲੱਗ-ਅਲੱਗ ਟਾਈਮ ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੰਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ। ਮੇਰੇ ਲਈ ਤਾਂ ਸਭ ਤੋਂ ਔਖਾ ਸੀ ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ ਤੇ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ ਯੂਪੀਏ ਦੇ ਚੇਅਰਪੈਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ, ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ ਉਹ ਵੀ ਇਲੈਕਸ਼ਨ ਨਹੀਂ ਲੜ ਰਹੇ ਤੇ ਜਿੱਥੇ ਲੜ ਰਹੇ ਆ ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ, ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ ਜਿਹੜਾ ਕਿ ਮਜ਼ਾਕ ਉਡਦਾ ਸੀ, ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ, ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਐਂ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ, ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ ਚਾਹੇ BJP ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ CM ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ, ਉਹ ਜਿਹੜੇ ਧੁੱਪੇ ਬੈਠੇ ਆ ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। MP ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ, ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ, ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ, ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ, ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ ਉਰੇ ਬੀਜਣ ਲਾਇਆ ਏ ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ BJP ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, GP ਗਿਆ, ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ
ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ। 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ। ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ। ਨਹੀਂ, ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ, ਬਿਲਕੁਲ ਖੋਖਲਾ ਹੋ ਚੁੱਕਿਆ। ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਬਰਾੜ ਜੀ ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ। ਮੈਨੂੰ ਵੀ ਮੈਂ ਤਾਂ ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ ਇਹਦੀ ਹਿੰਮਤ ਦੇਖੋ ਕੀ ਆ। ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ MLA 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂ ਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ, ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ। ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ। ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕੀ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ। ਅੱਜ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੱਚ ਆ, ਉਹਨੂੰ ਕਿਵੇਂ ਝੂਠ ਕਹਿ ਸਕਦੇ ਹੋ? ਪਰ ਅੰਦਰ ਲੋਕਾਂ ਨੂੰ, ਇਕੱਲੇ ਕਿਸਾਨ ਮਜ਼ਦੂਰ ਨੂੰ ਇਹ ਪਤਾ ਹੈ ਵੀ ਜੇ ਸਰਕਾਰ ਬਣਨੀ ਆ, ਉਹ ਤਾਂ ਯਾਰ ਜਿੱਥੇ 80 ਸੀਟਾਂ 40 ਸੀਟਾਂ ਏ, ਉਹਨਾਂ ਨੇ ਸਰਕਾਰ ਤਾਂ ਬਣਾਈ ਦੇਣੀ ਆ। ਆਪਣੇ ਕੋਲ ਤਾਂ ਕੁੱਲ 13 ਸੀਟਾਂ ਏ, 10 ਲਾ ਲਓ ਹਰਿਆਣੇ ਦੀਆਂ, ਉਹ 'ਚ ਵੀ ਵੰਡੀਆਂ ਜਾਂਦੀਆਂ ਏ। ਆਪਾਂ ਜਾ ਕੇ ਉੱਥੇ 2 4 10 MPS, ਮੈਂ ਪਹਿਲਾਂ ਉੱਥੇ ਕਿਸਾਨਾਂ ਦੇ ਹੱਕ 'ਚ ਹੀ 2 ਮਹੀਨੇ ਪਹਿਲਾਂ ਮੈਂ ਹੀ ਸਭ ਤੋਂ ਪਹਿਲਾਂ ਬੋਲਦਾ ਸੀ, ਮੈਂ ਹੀ ਧਰਨੇ ਤੇ ਬੈਠਾ ਸੀ MP, ਪਰ ਕੋਈ ਕੁਝ ਨਹੀਂ ਕਰ ਸਕਦੇ ਉੱਥੇ 10-20 MP ਨਾ। ਇਹ ਤਾਂ ਸਰਕਾਰ ਜਿਹਦੀ ਬਣਦੀ ਆ ਉਹਦੇ ਵਿੱਚ ਵੜ ਕੇ ਉਹ ਤੋਂ ਫੈਸਲੇ ਕਰਾਉਣੇ ਪੈਣਗੇ। ਤੇ ਮੈਂ ਅੱਜ ਤੁਹਾਡੇ ਮੂਹਰੇ ਖੜਾ ਤੇ ਜਦੋਂ ਇਹ ਫੈਸਲੇ ਕਰਾ ਕੇ ਕਿਸੇ ਦਿਨ ਆਪਾਂ ਦੋਨੋਂ ਸਾਰੇ ਤਿੰਨੋਂ ਭਰਾ ਇੱਥੇ ਬਾਬਾ ਨੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਲੈਂਦੇ ਹੋਵਾਂਗੇ ਤੇ ਇੱਥੇ ਕਿਸਾਨ ਜਕਾਰਿਆਂ ਨਾਲ ਜਿਹੜਾ ਹੈ ਉਹ ਉਹਨਾਂ ਦੀ ਫਤਿਹ ਹੋਊਗੀ। ਉਹਨਾਂ ਦੀ ਫਤਿਹ 'ਚ ਹੀ ਸਾਡੀ ਫਤਿਹ ਆ। ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਇਹ ਇੱਕ ਤਾਂ ਥੋੜ੍ਹਾ ਜਿਹਾ ਤਾਂ ਇਹ ਹੋਇਆ ਕਿਉਂਕਿ ਉੱਧਰੋਂ ਇਲੈਕਸ਼ਨ ਆ ਗਈ, ਇਲੈਕਸ਼ਨ ਕੋਡ ਲੱਗ ਗਿਆ। ਸਰਕਾਰਾਂ ਦੇ ਇਸ ਵੇਲੇ ਕੁਛ ਪੱਲੇ ਹੈ ਨਹੀਂ ਕਰਨ ਦਾ। ਉਹ ਥੋੜ੍ਹੀ ਜਿਹੀ ਪਤਾ ਨਹੀਂ ਇਹ ਕੀ ਗੱਲ ਹੋਈ। ਇਹਦੇ ਜਿਹੜਾ ਵਿੱਚ CM ਵੀ ਵਿੱਚ ਬੈਠਾ ਸੀ, ਜਿਹੜਾ ਉਹਨੇ ਕੀ ਕੀਤਾ ਨਹੀਂ ਕੀਤਾ ਇਹ ਸਮਝ ਤੋਂ ਬਾਹਰ ਆ। ਪਰ ਇਹ ਗੱਲ ਤੁਹਾਡੀ ਠੀਕ ਆ ਵੀ ਕਿਸਾਨਾਂ ਦਾ ਕੁਛ ਅਲੱਗ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਇਹ ਫੈਸਲਾ ਕੀਤਾ ਤੇ ਚਲੋ ਜਦੋਂ ਫੈਸਲਾ ਕਰ ਲਿਆ ਉਹਨਾਂ ਦੀ ਆਜ਼ਾਦੀ ਆ। ਪਰ ਇਹ ਮੈਂ ਵਿਸ਼ਵਾਸ ਦਿਵਾਉਣਾ ਵੀ ਕਿਸਾਨ, ਮੈਂ ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ ਉਹ ਹੱਲ ਆ ਜਿਹੜੇ ਹੁਣ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਵੀ ਠੀਕ ਆ ਵਿਰੋਧ ਕਰਨਾ ਕਰੋ, ਪਰ ਇਸ ਵੇਲੇ ਜਿਹੜਾ ਧਰਨਾ ਲਾਇਆ ਹੋਇਆ ਉਹ 'ਚ ਸਾਰੇ ਇੰਨੀ ਗਰਮੀ ਆ, ਉਹਦੇ ਵਿੱਚ ਫੇਰ ਕੋਈ ਕਿਸੇ ਨਾ ਕਿਸੇ ਦੀ ਸ਼ਹਾਦਤ ਹੋਊ, ਜਾਨ ਜਾਊ ਥੋੜ੍ਹੇ ਚਿਰ ਲਈ। ਹੁਣ ਤਾਂ ਗੱਲ ਹੀ ਕੁਛ ਨਹੀਂ ਰਹਿ ਗਈ, ਦਿਨ ਹੀ 30 ਰਹਿ ਗਏ। ਥੋੜ੍ਹਾ ਚਿਰ ਲਈ ਜੇ ਆਪਣਾ ਫਸਲਾਂ ਵੀ ਕਟਾਈ ਵੀ ਚੱਲ ਰਹੀ ਆ,
ਥੋੜ੍ਹਾ ਚਿਰ ਘਰੇ ਮੁੜੇ ਆਉਣ, ਆਪਣਾ ਵੋਟ ਪਾਉਣ, ਵੋਟ ਦੇ ਨਾਲ ਫੈਸਲਾ ਹੋਊਗਾ ਵੀ ਕੌਣ ਆਊਗਾ ਕੌਣ ਨਹੀਂ ਆਊਗਾ, ਪਰ ਇਹ ਤਾਂ ਉਹਨਾਂ ਦੀ ਮਰਜ਼ੀ ਆ। ਅਸੀਂ ਰਸਤੇ 'ਚ ਆਉਂਦੇ ਸੀ, ਕਾਫੀ ਕਿਸਾਨ ਖੜੇ ਸੀ, ਕਹਿੰਦੇ ਰਵਨੀਤ ਬਿੱਟੂ ਨੇ ਆਉਣਾ, ਅਸੀਂ ਵਿਰੋਧ ਕਰਾਂਗੇ ਰਵਨੀਤ ਬਿੱਟੂ ਦਾ, ਕਹਿੰਦੇ ਇੱਥੇ ਵੜਨ ਨਹੀਂ ਦੇਣਾ। ਇਦਾਂ ਕਿਉਂ ਹੋ ਰਿਹਾ ਗਾ? ਦੇਖੋ ਉਹਨਾਂ ਦੀ ਸੋਚ ਆ। ਜਿਹੜੇ ਕਿਸਾਨ ਨਹੀਂਗੇ, ਉਹ ਕਿਸਾਨ ਜਿਹੜੇ ਨੇ ਆਪਣੀਆਂ ਆਰਗੇਨਾਈਜੇਸ਼ਨ ਨੇ, ਉਹਨਾਂ ਦੇ ਬੰਦੇ ਨੇ। ਉਹ ਕਿਸਾਨ ਤਾਂ ਆਪਣੇ ਪਿੰਡਾਂ 'ਚ ਬੈਠਾ ਹੈ। ਇੱਕ ਖੰਡੂਰ ਸਾਹਿਬ ਵਾਲੀ ਸੀਟ ਨੂੰ ਲੈ ਕੇ ਕੀ ਵਿਚਾਰ ਨੇ? ਮੈਨੂੰ ਨਹੀਂ ਕੀ ਪਤਾ। ਤਾਂ ਇਹ ਰਿਪੋਰਟ ਸੀ, ਅਸੀਂ ਇੱਕ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਇਹ ਖਬਰਾਂ ਸਾਂਝੀਆਂ ਕਰਦੇ ਰਵਾਂਗੇ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ। ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ। ਗੋਲਡੀ ਪਹਿਲਾਂ ਇਲੈਕਸ਼ਨ ਲੜੇ, MLA ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ, ਠੋਕ ਕਿਉਂ ਮਾਰਿਆ। ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਫੜਾਇਆ ਲੁਧਿਆਣੇ ਤੋਂ ਜਲੰਧਰ। ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ, ਜਦੋਂ ਅੱਜ ਜਨਰਲ ਇਲੈਕਸ਼ਨ ਸੀ, ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ। ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ BJP ਵੱਲੋਂ ਹੋਵੇ, ਚਾਹੇ BJP ਦੀ ਸਰਕਾਰ ਵੱਲੋਂ ਹੋਵੇ। ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਬੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ। ਕਹਿੰਦੇ ਕਿ ਦੇਖਾਂਗੇ, ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਉਹਨਾਂ ਦੀ ਜਿਹੜੀ ਗੱਲ ਆ, ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ, ਉਹ ਉੱਧਰ ਲੱਗੇ ਹੋਏ ਨੇ। ਬਿੱਟੂ ਜੀ, ਇੱਕ ਸਵਾਲ ਹੋਰ, ਜਿਵੇਂ ਤੁਸੀਂ ਕਿਹਾ ਕਿ ਅਸੀਂ ਜਕਾਰਿਆਂ ਨਾਲ ਫਤਿਹ ਕਰਾਂਗੇ, ਕਿਸਾਨ ਫਤਿਹ ਕਰਦੇ ਹੋਣਗੇ। ਕਿਸਾਨ ਪਹਿਲਾਂ ਵੀ ਫਤਿਹ ਕਰਕੇ ਆਏ ਸੀ ਦਿੱਲੀ ਨੂੰ, ਦਿੱਲੀ ਤੋਂ ਜਕਾਰੇ ਗਜਾਉਂਦੇ ਆਏ ਸੀ, ਹੁਣ ਦੁਬਾਰਾ ਕੀ ਲੋੜ ਪੈ ਗਈ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਣ? ਜਥੇਬੰਦੀਆਂ ਦੀ ਗੱਲ ਤਾਂ ਨਹੀਂ ਕਰ ਸਕਦਾ, ਉਹ ਤਾਂ ਉਹਨਾਂ ਦੇ ਲੀਡਰ ਦੱਸਣਗੇ, ਪਰ ਕਿਸਾਨਾਂ ਦਾ ਜਿਹੜਾ ਮਸਲੇ ਆ, ਉਹ ਹੱਲ ਆ ਜਿਹੜੇ ਤਾਂ ਤੁਹਾਡਾ ਤੇ ਤੁਹਾਡਾ ਇੱਧਰ ਦੋਨੇ ਪਾਸੇ ਹਰਜਿੰਦਰ ਆਈ, ਦੋਨੋਂ ਪਾਸੇ ਹਰਜਿੰਦਰ, ਤੇ ਆਪਾਂ ਨਾਨਕਸਰ ਪਵਿੱਤਰ ਧਰਤੀ ਤੇ ਖੜੇ ਆ। ਮੈਂ ਪਹਿਲਾਂ ਤਾਂ ਤੁਹਾਤੋਂ ਮਾਫੀ ਮੰਗਦਾ, ਕਿਉਂਕਿ ਤੁਸੀਂ ਬਹੁਤ ਚਿਰ ਦੇ ਵੇਟ ਕਰ ਰਹੇ ਸੀ, ਤੇ ਮੈਂ ਹੁਣ ਅਲੱਗ-ਅਲੱਗ ਟਾਈਮ, ਕਈ ਵਾਰ ਇਲੈਕਸ਼ਨ 'ਚ ਘੱਟ ਹੁੰਦਾ, ਪਰ ਜੋ ਸਵਾਲ ਤੁਹਾਡੇ ਹੋਣਗੇ ਮੈਂ ਉਹਦਾ ਜਵਾਬ ਦਊਂਗਾ। ਤੇ ਇਸ ਵੇਲੇ ਤਾਂ ਪਵਿੱਤਰ ਜਿੱਥੇ ਸਾਡੇ ਸੰਤ ਮਹਾਰਾਜ ਨੰਦ ਸਿੰਘ ਮਹਾਰਾਜ, ਸੰਤ ਮਹਾਰਾਜ ਈਸ਼ਰ ਸਿੰਘ ਜੀ, ਉਹਨਾਂ ਦੀ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਲਿਆ ਏ, ਤੇ ਇਸ ਆਸ਼ੀਰਵਾਦ ਮੈਂ ਹਮੇਸ਼ਾ ਲੈਣਾ ਏ। ਤੇ ਅੱਜ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ, ਸੰਗਤ ਆਉਂਦੀ ਆ, ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿੱਥੇ ਲਿਆ ਏ, ਉੱਥੇ ਸਾਰੇ ਸਾਡੇ ਅਲੱਗ-ਅਲੱਗ ਸੰਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦੇ ਕੋਲ ਜਾ ਕੇ ਨਤਮਸ ਹੋਇਆ, ਤੇ ਉਹਨਾਂ ਤੋਂ ਵੀ ਆਸ਼ੀਰਵਾਦ ਸੁੱਖ ਦੀ ਕਾਮਨਾ ਕੀਤੀ ਆ। ਬਿੱਟੂ ਜੀ, ਕਾਫੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਕਮਲ ਦੀ ਸੁਗੰਧੀ ਲੈ ਲਈ ਆ, ਕਾਰਨ ਕੀ ਬਣੇ ਨੇ? ਬਿਲਕੁਲ ਠੀਕ ਆ ਤੁਹਾਡੀ ਗੱਲ। ਸੁਗੰਧੀ ਤਾਂ ਹਜੇ ਜਿਹੜੀ ਇਲੈਕਸ਼ਨ ਤੋਂ ਬਾਅਦ ਲਵਾਂਗੇ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ। ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਲਈ ਤਾਂ ਸਭ ਤੋਂ ਔਖਾ ਸੀ, ਕਿਉਂਕਿ ਮਤਲਬ ਜਿੱਦਣ ਦੇ ਜੰਮਿਆ ਕੰਨਾਂ 'ਚ ਕਾਂਗਰਸ ਹੀ ਸੁਣੀ ਆ, ਤੇ ਪਰ ਕਾਂਗਰਸ ਪਾਰਟੀ ਆ ਜਿਹੜੀ, ਉਹ ਐਸੇ ਘਚੋਲੇ 'ਚ ਫਸ ਗਈ ਵੀ ਇਸ ਵੇਲੇ ਨਾ ਤਾਂ ਜਿਹੜੇ ਸਾਡੇ UPA ਦੇ ਚੇਅਰਪਰਸਨ ਨੇ ਸੋਨੀਆ ਗਾਂਧੀ ਜੀ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ, ਉਹ ਵੀ ਇਲੈਕਸ਼ਨ ਨਹੀਂ ਲੜ ਰਹੇ। ਤੇ ਜਿੱਥੇ ਲੜ ਰਹੇ ਆ, ਉਹ ਆਪਸ ਵਿੱਚ ਸਮਝੌਤਾ ਕਰਕੇ ਆਮ ਆਦਮੀ ਪਾਰਟੀ ਤੇ, ਚਾਹੇ ਚੰਡੀਗੜ੍ਹ ਦੀ ਗੱਲ ਕਰ ਲਈਏ, ਉੱਥੇ ਮਨੀਸ਼ ਤਿਵਾੜੀ ਤੇ ਅਲਾਇੰਸ ਆ, ਅੱਗੇ ਦਿੱਲੀ 'ਚ ਅਲਾਇੰਸ ਆ, ਉਰੇ ਵੀ ਜਿਹੜਾ ਮੋਟੀ ਅਲਾਇੰਸ ਆ, ਉਹ ਸੀਟਾਂ ਦੀ ਲੈਣ ਦੇਣ ਕਰਕੇ ਹੀ ਇੱਕ ਦੂਜੇ ਨੂੰ ਇਹਨਾਂ ਨੇ ਸੈਟਲਮੈਂਟ ਕੀਤੀ ਆ। ਉਦੋਂ ਬਾਅਦ ਹੁੰਦਾ ਕੀ ਸੀ, ਲੋਕ ਸਾਨੂੰ ਵੋਟਾਂ ਪਾਉਂਦੇ ਸੀ ਕਾਂਗਰਸ। ਅਸੀਂ ਇੱਕ ਦੂਜੇ ਦੀ 75-25 ਕਦੇ ਪੱਗ ਲਾਉਣ, ਕਦੇ ਬੱਕਰੀਆਂ ਚੋਣ, ਮਤਲਬ ਸ਼ਰਮ ਆਉਣ ਲੱਗ ਗਈ। ਜੇ ਪਾਰਲੀਮੈਂਟ 'ਚ ਵੀ ਅਸੀਂ ਜਾਂਦੇ ਸੀ, ਕੋਈ ਚੰਗਾ ਲੀਡਰ ਨਹੀਂ ਉੱਥੇ, ਅਧੀਰ ਰੰਜਨ ਚੌਧਰੀ ਵਰਗੇ ਨੂੰ ਉੱਥੇ ਬਣਾ ਕੇ ਆਪੋਜੀਸ਼ਨ ਲੀਡਰ, ਜਿਹੜਾ ਕਿ ਮਜ਼ਾਕ ਉਡਦਾ ਸੀ। ਉੱਥੇ ਕਿਸੇ ਵੀ ਜਿਹੜਾ ਥੋੜ੍ਹਾ ਬਹੁਤਾ ਕੋਈ ਚੰਗਾ ਬੰਦਾ ਹੈ, ਉੱਥੇ ਉਹਦੀ ਜਗ੍ਹਾ ਹੀ ਨਹੀਂ ਰਹੀ। ਤੁਸੀਂ ਦੇਖੋ ਨਾ, ਜੇ ਮੈਂ ਪੰਜਾਬ ਦੀ ਗੱਲ ਕਰਾਂ,
ਗੋਲਡੀ ਪਹਿਲਾਂ ਇਲੈਕਸ਼ਨ ਲੜੇ, ਐਮਐਲਏ ਵੀ ਸੀ, ਗੋਲਡੀ ਨੂੰ ਲੜਾਇਆ ਬਾਈ ਇਲੈਕਸ਼ਨ ਵੇਲੇ। ਜਦੋਂ ਹੁਣ ਲੋੜ ਸੀ ਠੋਕ ਕੇ ਉਹ ਮਾਰਿਆ, ਉੱਥੋਂ ਲੈ ਆਏ ਕਪੂਰਥਲੇ ਤੋਂ ਆਪਣੇ। ਉਦੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ 'ਚ ਸੰਤੋਖ ਚੌਧਰੀ ਉਹਨਾਂ ਦੀ ਡੈਥ ਹੋਈ, ਮੈਂ ਬੈਟਨ ਉਹਨਾਂ ਨੂੰ ਐ ਫੜਾਇਆ ਲੁਧਿਆਣੇ ਤੋਂ ਜਲੰਧਰ, ਬਾਈ ਇਲੈਕਸ਼ਨ ਉਹਨਾਂ ਨੂੰ ਲਾਤੀ ਔਖਾ ਟਾਈਮ। ਜਦੋਂ ਅੱਜ ਜਨਰਲ ਇਲੈਕਸ਼ਨ ਸੀ ਉੱਥੋਂ ਟਿਕਟ ਉਹਨਾਂ ਦੀ ਕੱਟ ਕੇ ਕਿਸੇ ਹੋਰ ਨੂੰ ਦੇਤੀ। ਮੇਰਾ ਕਹਿਣ ਦਾ ਭਾਵ ਆ ਵੀ ਉਹ ਗੁਰਵੰਤਾ ਸਿੰਘ ਜੀ ਦਾ ਪਰਿਵਾਰ, ਚਾਹੇ ਸਾਡੇ ਵਰਗੇ ਪਰਿਵਾਰ, ਚਾਹੇ ਨੌਜਵਾਨ ਲੀਡਰ, ਕਿਸੇ ਦੀ ਯਾਰ ਉੱਥੇ ਕੋਈ ਵਰਤ ਕੇ ਸਿੱਟਣ ਵਾਲੀ ਗੱਲ ਆ। ਮੈਂ ਨਹੀਂ ਇਹ ਕਹਿੰਦਾ ਵੀ ਮੈਨੂੰ ਕੋਈ ਕਮੀ ਸੀ ਕਾਂਗਰਸ ਪਾਰਟੀ 'ਚ, ਮੇਰਾ ਕਾਰਨ ਤਾਂ ਇਹ ਆ ਵੀ ਜੇ ਕੁਛ ਕਰਨਾ ਪੰਜਾਬ ਦਾ, ਅੱਜ ਇੱਧਰਲੇ ਪਾਸੇ ਬਾਰਡਰ ਆ ਪਾਕਿਸਤਾਨ, ਇੱਧਰਲੇ ਪਾਸੇ ਕੰਧ ਹੋਈ ਖੜੀ ਆ, ਚਾਹੇ ਉਹ ਬੀਜੇਪੀ ਵੱਲੋਂ ਹੋਵੇ ਚਾਹੇ ਬੀਜੇਪੀ ਦੀ ਸਰਕਾਰ ਵੱਲੋਂ ਹੋਵੇ, ਉਹ ਕੰਧ ਤੋੜਨੀ ਹੈ ਕਿ ਨਹੀਂ ਤੋੜਨੀ? ਉਹ ਕਿਸਾਨਾਂ ਦੇ ਗੋਲੀਆਂ ਹੀ ਮਰਵਾਈ ਜਾਈਏ? ਇਹ ਤਾਂ ਸੀਐਮ ਬਣੇ ਹੋਏ ਨੇ, ਮੌਜ ਨਾਲ ਆਪਣਾ ਹੈਲੀਕਾਪਟਰਾਂ 'ਚ ਘੁੰਮਦੇ ਆ। ਉਹ ਜਿਹੜੇ ਧੁੱਪੇ ਬੈਠੇ ਆ, ਤੜਫ ਰਹੇ ਆ ਇਸ ਵੇਲੇ ਰੋਜ਼, ਉਹਨਾਂ ਦਾ ਹੱਲ ਕੌਣ ਕਰੂਗਾ? ਜੇ ਵਿੱਚ ਨਹੀਂ ਵੜ ਗਏ, ਵਿੱਚ ਜਾ ਕੇ ਨਹੀਂ ਗੱਲ ਕਰਾਂਗੇ ਤੇ ਇਹ ਕਿੰਨਾ ਚਿਰ ਆਪਾਂ ਆਪਣੇ ਨੌਜਵਾਨਾਂ ਨੂੰ ਜਹਾਜ਼ ਭਰ ਕੇ ਬਾਹਰ ਭੇਜੀ ਜਾਵਾਂਗੇ? ਇਸ ਕਰਕੇ ਜ਼ਰੂਰੀ ਉਹ ਸੀ। ਐਮਪੀ ਤਾਂ ਮੈਂ 3 ਵਾਰ ਉੱਧਰ ਵੀ ਬਣ ਗਿਆ, ਸਰਕਾਰੀ ਘਰ ਗੱਡੀ ਤਾਂ ਮੈਨੂੰ ਉੱਥੇ ਵੀ ਮਿਲ ਜਾਂਦੀ ਸੀ, ਪਰ ਉਹਦਾ ਮੈਂ ਕਰਾਂ ਕੀ ਜੇ ਸਰਕਾਰ ਨਹੀਂ ਬਣਦੀ ਉੱਥੇ? ਇਸ ਵਾਰ ਵੀ ਕੰਧ 'ਤੇ ਲਿਖਿਆ ਵੀ ਮੋਦੀ ਦੀ ਸਰਕਾਰ ਬਣ ਰਹੀ ਹੈ, ਪਹਿਲਾਂ 10 ਸਾਲ ਹੀ ਬਣ ਗਈ। ਤੇ ਜੇ ਕੁਛ ਪੰਜਾਬ ਲਈ ਕਰਨਾ ਹੈ, ਜੇ ਕੋਈ ਕਿਸਾਨਾਂ ਦੇ ਲਈ, ਮਜ਼ਦੂਰਾਂ ਲਈ, ਫੈਕਟਰੀ ਲਈ, ਛੋਟੇ ਦੁਕਾਨਦਾਰ ਲਈ ਜੇ ਕੁਛ ਕਰਨਾ ਹੈ ਤਾਂ ਉਹ ਭਾਈ ਇਸ ਵੇਲੇ ਸਰਕਾਰ ਤੋਂ, ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸੇ ਨਹੀਂ, ਜੇ ਪੈਸਾ ਤਾਂ ਕੇਂਦਰ ਕੋਲ ਆ, ਉਹ ਤੋਂ ਕੁਝ ਲੈ ਕੇ ਆਵਾਂਗੇ, ਬੜੇ ਪ੍ਰੋਜੈਕਟ, ਹਸਪਤਾਲ ਲੈ ਕੇ ਆਵਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਆਪਣਾ ਲੋਨ ਕਰਜ਼ਾ ਪੰਜਾਬ ਦਾ ਜਿਹੜਾ ਅੱਤਵਾਦ ਤੋਂ ਹੁਣ ਤੱਕ ਚੜ੍ਹਿਆ ਉਹਨੂੰ ਮਾਫ ਕਰਾਵਾਂਗੇ, ਕਿਸਾਨਾਂ ਦੇ ਜਿਹੜੀਆਂ ਪੈਨਸ਼ਨਾਂ ਲਵਾਵਾਂਗੇ। ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਜਿਹੜੀ, ਉਹ ਉਹਨਾਂ ਤਾਕਤ ਤਾਂ ਉਹਨਾਂ ਕੋਲ ਆ। ਇਸ ਕਰਕੇ ਵਿੱਚ ਵੜ ਕੇ ਲੈਣਾ ਬਹੁਤ ਜ਼ਰੂਰੀ ਸੀ। ਇਹ ਅਕਾਲੀ ਦਲ ਨਾਲ ਅੱਗੇ ਸਮਝੌਤਾ ਕਰਦੇ ਸੀ, ਪਹਿਲਾਂ ਇਹ ਕਿਹਾ ਵੀ ਉਹਦੇ ਨਾਲ ਸਮਝੌਤਾ ਤੋੜੋ ਜਿਹਨੇ ਗੁਰੂ ਦੀ ਬੇਅਦਬੀ ਕੀਤੀ, ਪਹਿਲਾਂ ਇਹ ਕਿਹਾ ਵੀ ਜਿਹਨੇ ਚਿੱਟਾ ਲਾਇਆ ਉਰੇ ਬੀਜਣ ਲਾਇਆ ਏ ਉਹਨਾਂ ਨੂੰ ਪਹਿਲਾਂ ਸਭ ਤੋਂ ਪਰੇ ਕਰੋ, ਤੇ ਉਹ ਫੈਸਲਾ ਕੀਤਾ। ਉਦੋਂ ਬਾਅਦ ਬੀਜੇਪੀ ਜੁਆਇਨ ਕੀਤੀ। ਜੀ ਬਿੱਟੂ ਜੀ, ਜਿਹੜੀਆਂ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, ਤੁਸੀਂ ਵੀ ਚਲੋ ਇੱਧਰ ਚੇਂਜ ਹੋਏ, ਕੱਲ ਗੋਲਡੀ ਗਏ ਆ, ਉਸ ਤੋਂ ਪਹਿਲਾਂ ਹੋਰ ਗਏ ਨੇ ਸਾਰੇ, ਜੀਪੀ ਗਿਆ, ਕੀ ਮੰਨਦੇ ਹੋ ਵੀ ਜਿਹੜਾ ਇੰਨੀਆਂ ਦਲ ਬਦਲੀਆਂ ਹੋਈਆਂ, ਕੀ ਤੁਹਾਡਾ ਸਾਰੇ ਉਹਨਾਂ ਦਾ ਮਾਣ ਸਨਮਾਨ ਨਹੀਂ ਰਿਹਾ ਸੀ, ਨਿੱਜੀ ਮੁਫਾਦ ਸੀ, ਜਾਂ ਫਿਰ ਜਿਹੜੇ ਅਗਵਾਈ ਦੇ ਰਹੇ ਆ ਪ੍ਰਧਾਨ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਉਹ ਅਗਵਾਈ ਸਹੀ ਨਹੀਂ ਦੇ ਸਕੇ? ਦੇਖੋ, ਇਹ ਸੱਚੀ ਗੱਲ ਤਾਂ ਤੁਹਾਨੂੰ ਵੀ ਪਤਾ ਵੀ ਸਭ ਤੋਂ ਪਹਿਲਾਂ ਇੱਥੇ ਚੰਨੀ, ਇੱਥੇ ਸੁਖਿੰਦਰ ਰੰਧਾਵਾ, ਇੱਥੇ ਪ੍ਰਤਾਪ ਬਾਜਵਾ, ਇੱਥੇ ਸਿੱਧੂ ਸਾਹਿਬ, ਕੋਈ ਵੀ ਯਾਰ ਜਦੋਂ ਇਲੈਕਸ਼ਨ ਆਉਂਦੀ ਇੱਕ ਦੂਜੇ ਦੀ ਪੱਗ ਨੂੰ ਪੈ ਜਾਂਦੇ ਆ, 75-25 ਦੱਸਦੇ ਆ, ਕਦੇ ਕੁਛ ਦੱਸਦੇ ਆ। ਇੰਨੇ ਕੇਸ ਪੈ ਗਏ ਕਰਪਸ਼ਨ ਦੇ ਇਹਨਾਂ ਦੇ ਮੰਤਰੀਆਂ ਤੇ, ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੈਠੇ ਆ, ਕਈ ਜੇਲ੍ਹਾਂ ਉੱਥੇ ਤਾਂ ਸਿਰਫ ਮੈਂ ਸਮਝਦਾ ਇੰਨੀ ਗੰਦਗੀ ਪੈਦਾ ਹੋ ਗਈ, ਤੇ ਥੱਲੇ ਵਰਕਰ ਨੂੰ ਤਾਂ ਕਦੇ ਕੋਈ ਪੁੱਛਦਾ ਹੀ ਨਹੀਂ ਕਾਂਗਰਸ ਦੇ, ਨਾ ਕਿਸੇ ਥੱਲੜੇ ਲੀਡਰ ਨੂੰ ਪੁੱਛਦਾ। ਇਹ ਆਪਸ ਵਿੱਚ ਹੀ ਇੰਨੇ ਗਰੁੱਪਿਜ਼ਮ ਹੋ ਗਈ ਵੀ ਉੱਥੇ ਕਿਸੇ ਦਾ ਵੀ ਰਹਿਣਾ ਸੰਭਵ ਨਹੀਂ। ਤਾਂ ਹੀ ਤਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੱਲਾ ਮੈਂ ਨਹੀਂ, ਕੋਈ ਤੁਸੀਂ ਲਾ ਲਓ, ਗੋਲਡੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਵਿਕਰਮ ਚੌਧਰੀ ਨੂੰ ਤਾਂ ਕੋਈ ਟਿਕਟ ਨਹੀਂ ਮਿਲੀ, ਉਹ ਕਿਉਂ ਛੱਡ ਆਏ ਫਿਰ? ਇਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹ ਇਸ ਵੇਲੇ ਡੁੱਬਦਾ ਜਹਾਜ਼ ਆ। ਜਿਹੜਾ ਉਹ 'ਚ ਰਹਿ ਜੂ ਉਹ ਨਾਲ ਡੁੱਬੂ, ਜਿਹੜਾ ਉਹ 'ਚੋਂ ਛਾਲ ਮਾਰ ਜੂਗਾ ਉਹਦੀ ਹਜੇ ਠੀਕ ਆ ਵੀ ਜ਼ਿੰਦਗੀ ਬਚ ਜਵੇ ਸ਼ਾਇਦ, ਨਹੀਂ ਇਹ ਸਥਿਤੀ ਆ ਇਸ ਵੇਲੇ ਕਾਂਗਰਸ ਦੀ। ਬਿਲਕੁਲ ਖੋਖਲਾ ਹੋ ਚੁੱਕਿਆ, ਆਪਣੇ ਆਪ ਨੂੰ ਹੀ ਖਾ ਲਿਆ ਉਹਨੇ। ਤੁਹਾਡੇ ਜੁੰਡੀ ਦੇ ਯਾਰ ਰਹੇ ਨੇ ਵੜਿੰਗ ਸਾਹਿਬ, ਉਹ ਆਮੋ ਸਾਹਮਣੇ ਹੋ ਗਏ ਹੋ ਇਸ ਵਾਰ, ਤੇ ਕਮਲਜੀਤ ਬਰਾੜ ਵੀ ਤੁਹਾਡੀ ਪਾਰਟੀ 'ਚ ਆਜ਼ਾਦ ਚੋਣ ਲੜ ਰਹੇ ਨੇ, ਕਹਿੰਦੇ ਕਿ ਦੇਖਾਂਗੇ ਹੁਣ ਟੱਕਰਾਂਗੇ ਮੈਦਾਨ ਦੇ ਵਿੱਚ। ਕਮਲਜੀਤ ਬਰਾੜ ਸਾਹਿਬ ਨੂੰ ਤਾਂ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਬਰਾੜ ਜੀ ਬਹੁਤ ਜ਼ਿਆਦਾ ਇੱਕ ਪਿਓ ਪੁੱਤ ਦਾ ਰਿਸ਼ਤਾ ਸੀ ਉਹਨਾਂ ਦਾ, ਇੰਨੀ ਯਾਰੀ ਸੀ। ਪਰ ਇਹੀ ਮੇਰੇ ਨਾਲ ਵੀ ਹਜੇ ਮਤਭੇਦ ਉਹ ਰਹਿੰਦੇ ਨੇ, ਮੈਨੂੰ ਵੀ ਮੈਂ ਤਾਂ ਮੇਰੇ ਤਾਂ ਛੋਟੇ ਆ ਕਮਲਜੀਤ ਬਰਾੜ, ਪਰ ਉਹਨਾਂ ਦੀ ਵਿਚਾਰਧਾਰਾ ਹੋਰ ਆ। ਪਰ ਇਸ ਰਾਜੇ ਵੜਿੰਗ ਨੇ, ਇਹਦੀ ਹਿੰਮਤ ਦੇਖੋ ਕੀ ਆ, ਇਹ ਤਾਂ ਕੱਲ੍ਹ ਦਾ ਬਣਿਆ, ਉਹ 92 ਤੋਂ ਪਹਿਲਾਂ ਪਾਰਟੀ 'ਚ ਤੇ ਐਮਐਲਏ 92 'ਚ ਬਣੇ ਸਰ ਦਰਸ਼ਨ ਸਿੰਘ ਬਰਾੜ ਸਾਹਿਬ। ਅੱਜ ਉਹਨਾਂ ਦੀ ਤਬੀਅਤ ਵੀ ਠੀਕ ਢਿੱਲੀ ਸੀ, ਉਸ ਵੇਲੇ ਇਹਨੇ ਉਹਨਾਂ ਦੇ ਪੁੱਤ ਨੂੰ ਪਾਰਟੀ 'ਚੋਂ ਕੱਢਿਆ, ਤੇ ਇਸ ਕਰਕੇ ਇਹਨੇ ਕਿਸੇ ਨੂੰ ਛੱਡਿਆ ਹੀ ਹੈ ਨਹੀਂ ਗਾ। ਜਿਹੜਾ ਕੋਈ ਨੌਜਵਾਨ ਚੱਕੜਾ ਸੀ, ਜਿਹੜਾ ਕੰਮ ਕਰਦਾ ਸੀ, ਚਾਹੇ ਮੇਰੇ ਨਾਲ ਬਣੇ ਚਾਹੇ ਨਾ ਕਿਸੇ ਦੀ, ਪਰ ਉਹ ਸਮਾਜ ਲਈ ਤਾਂ ਕੰਮ ਕਰਦਾ। ਇਸ ਕਰਕੇ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਧਾਰਮਿਕ ਆ ਜ਼ਿਆਦਾ। ਕਮਲਜੀਤ ਬਰਾੜ ਉਹਨਾਂ ਦੀ ਪੰਥਕ ਜਿਹੜੀ ਸੋਚ ਆ ਉਹ ਉੱਧਰ ਲੱਗੇ ਹੋਏ ਨੇ, ਪਰ ਇਸ ਬੰਦੇ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ। ਇਲੈਕਸ਼ਨ ਤਾਂ ਚਲੋ ਉਹ ਲੜ ਰਹੇ ਆ, ਉਹਨਾਂ ਨੂੰ ਮੁਬਾਰਕਬਾਦ ਆ, ਇਲੈਕਸ਼ਨ ਬਿਲਕੁਲ ਲੜਨੀ ਚਾਹੀਦੀ ਹੈ, ਡੈਮੋਕ੍ਰੇਸੀ 'ਚ ਹਰੇਕ ਦਾ ਹੱਕ ਆ।
ਆਖਰੀ ਸਵਾਲ ਬਿੱਟੂ ਜੀ, ਜਿਸ ਤਰ੍ਹਾਂ ਦੀ ਪਰਸੈਪਸ਼ਨ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਂ ਪੰਜਾਬ ਦੇ ਕੁਝ ਲੋਕਾਂ ਦੇ ਵਿੱਚ ਹੈ ਵੀ ਭਾਜਪਾ ਪੰਜਾਬ ਵਿਰੋਧੀ ਆ ਜਾਂ ਵਿਰੋਧ ਹੋ ਰਿਹਾ ਹੈਗਾ ਉਮੀਦਵਾਰਾਂ ਦਾ, ਕੀ ਲੱਗਦਾ ਹੈ ਵੀ ਅਗਰ ਭਾਜਪਾ ਕੇਂਦਰ 'ਚ ਆਉਂਦੀ ਆ, ਤੁਸੀਂ MP ਬਣਦੇ ਹੋ, ਤਾਂ ਕਿ ਉਸ ਤੋਂ ਬਾਅਦ ਇਹ ਸਾਰੀ ਪਰਸੈਪਸ਼ਨ ਜੋ ਹੈ ਜਾਂ ਇਹ ਜਿਹੜੀਆਂ ਗੱਲਾਂ ਨੇ ਇਹ ਦੂਰ ਹੋ ਜਾਣਗੀਆਂ? ਜਿਵੇਂ ਤੁਸੀਂ ਕਿਹਾ ਵੀ ਇੱਕ ਪੁਲ ਬਣਾਉਣ ਦੀ ਲੋੜ ਹੈ। ਦੇਖੋ ਇਹ 'ਚ ਕੋਈ